ਸੋ ਰਮਨ ਜੀ, ਥੈਂਕਸਗਿਵਿੰਗ ਵੀਕਐਂਡ ਆ ਗਿਆ ਆ। ਸੋ ਬੇਸਿਕਲੀ ਅਮਰੀਕਾ ਦੇ ਵਿੱਚ ਕਹਿ ਸਕਦੇ ਹਾਂ ਵੀ ਹੁਣ ਹੌਲੀਡੇ ਸੀਜ਼ਨ ਦੀ ਆਰੰਭਤਾ ਜਿਹੜੀ ਉਹ ਹੋ ਗਈ, ਸ਼ੁਰੂ ਹੋ ਗਈ ਆ। ਟਰੱਕਿੰਗ ਦਾ ਤੇ ਹੌਲੀਡੇ ਸੀਜ਼ਨ ਦਾ ਬੜਾ ਗੂੜਾ ਸੰਬੰਧ ਚੱਲਦਾ ਆ, ਉਹ ਰਹਿੰਦਾ ਆ। ਸੋ ਜਿੱਦਾਂ ਦੇ ਹਾਲਾਤ ਪਿਛਲੇ ਕੁਛ ਮਹੀਨਿਆਂ ਤੋਂ ਟਰੱਕਿੰਗ ਦੇ ਵਿੱਚ ਆਪਾਂ ਦੇਖ ਰਹੇ ਹਾਂ, ਤੇ ਰਮਨ ਜੀ ਕਿੱਦਾਂ ਦੇ ਅਸਾਰ ਲੱਗ ਰਹੇ ਨੇ ਵੀ ਇਹ ਹੌਲੀਡੇ ਸੀਜ਼ਨ 'ਚ ਕਿੱਦਾਂ ਦਾ ਰਹੂਗਾ? ਸਪੌਟ ਰੇਟਸ ਵਗੈਰਾ ਕਿੱਧਰ ਨੂੰ ਜਾ ਰਹੇ ਨੇ? ਉਹੀ ਲੋ ਉੱਥੇ ਹੀ ਆ ਜਾਂ ਕੁਛ ਉੱਤੇ ਥੱਲੇ ਨੂੰ ਹੋਇਆ ਆ ਕੰਮ? ਦੇਖੋ ਬਿਲਕੁਲ ਰਾਜਕਰਨ, ਜਿਹੜਾ ਇਹ ਹੌਲੀਡੇ ਸੀਜ਼ਨ ਕਿਕ ਆਫ ਹੀ ਹੁੰਦਾ ਇੱਕ ਹਿਸਾਬ ਦਾ, ਤੇ ਇਹਦੇ ਵਿੱਚ ਜਿਹੜਾ ਹੌਲੀਡੇ ਸੀਜ਼ਨ ਹੁੰਦਾ ਆ ਇਹਨੂੰ ਸਰਵ ਕਰਨ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਜਿਹੜਾ ਬਲੈਕ ਫਰਾਈਡੇ ਜਾਂ ਉਹ ਜਿਹੜੀਆਂ ਸੇਲਸ ਵਗੈਰਾ ਲੱਗਦੀਆਂ ਹੈਗੀਆਂ ਉਹ ਕੁਝ ਉੱਦਾਂ ਦਾ ਖਾਸ ਉਛਾਲ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਜੀ। ਪਰ ਆਹ ਜਿਹੜਾ ਟਾਈਮ ਹੁੰਦਾ ਆ, ਜਿਹੜਾ ਹੁਣ ਤੋਂ ਲੈ ਕੇ ਈਅਰ ਐਂਡ ਤੱਕ ਦਾ ਟਾਈਮ ਹੈਗਾ, ਇਹ ਡਰਾਈ ਫਰਾਈਡ ਦੇ ਵਿੱਚ ਕਾਫੀ ਬਿਜ਼ੀ ਹੁੰਦਾ ਆ। ਪਰ ਅਜੇ ਜਿਹੜੀ ਹਾਲ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਸਿਰਫ ਉੱਥੇ ਦੀ ਜਿਉਂ ਦੀ ਤਿਉਂ ਹੀ ਆ, ਕਿਉਂਕਿ ਅਗੇਨ ਜਿਹੜਾ ਬਾਇਰ ਹੈਗਾ ਉਹ ਥੋੜਾ ਅਲਰਟ ਹੋ ਚੁੱਕਾ ਆ, ਕਿਉਂਕਿ ਪ੍ਰਾਈਸਿਸ ਜਿਹੜੀ ਇਨਫਲੇਸ਼ਨ ਬਹੁਤ ਜ਼ਿਆਦਾ ਆ, ਪ੍ਰਾਈਸਿਸ ਚੀਜ਼ਾਂ ਦੀਆਂ ਬਹੁਤ ਜ਼ਿਆਦੀਆਂ ਆ, ਤੇ ਇਸ ਕਰਕੇ ਜਿਹੜਾ ਹਰ ਇੱਕ ਬੰਦਾ ਜਿਹੜਾ ਡਰਿਆ ਹੋਇਆ ਇਸ ਵੇਲੇ ਕਿ ਪਤਾ ਨਹੀਂ ਕਿੱਦਾਂ ਦੀ ਸਿਚੁਏਸ਼ਨ ਬਣਨੀ ਹੈਗੀ ਆ, ਕੀ ਹੋਣਾ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਕਿ ਐਸੀ ਜਿਹੜੀ ਹੈਗੀ ਆ ਸਪੈਂਡਿੰਗ ਹੈਗੀ ਆ ਉਹ ਕਾਫੀ ਕੰਟਰੋਲਡ ਹੈਗੀ ਆ ਲੋਕਾਂ ਦੀ। ਸੋ ਉਹਦੇ ਕਰਕੇ ਜਿਹੜਾ ਆ ਆਰਡਰਸ ਥੋੜ੍ਹੇ ਆ, ਤੇ ਆਰਡਰਸ ਥੋੜ੍ਹੇ ਆ ਤਾਂ ਓਬਵੀਅਸਲੀ ਫਰੇਟ ਥੋੜ੍ਹਾ ਆ। ਸੋ ਇਸ ਕਰਕੇ ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਜਿਉਂ ਤੇ ਉਹ ਕੋਈ ਖਾਸ ਫਰਕ ਨਹੀਂ ਹੈਗਾ। ਥੋੜ੍ਹਾ ਬਹੁਤ ਹੁੰਦਾ ਹੈ ਕਿ 2-4 ਦਿਨ ਜਿਹੜਾ ਕਿਉਂਕਿ ਛੁੱਟੀ ਆ, ਔਰ ਜਿਹੜੀ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਆ ਉਹਦੇ ਵਿੱਚ ਛੁੱਟੀ ਆ, ਪਰ ਕੰਮ ਤਾਂ ਚੱਲਦਾ ਰਹਿੰਦਾ। ਸੋ ਯੂਜ਼ਲੀ ਇਹਨਾਂ ਟਾਈਮ ਦੇ ਉੱਤੇ ਜਿਹੜੇ ਰੇਟਸ ਆ ਥੋੜ੍ਹੇ ਅਪ ਚਲੇ ਜਾਂਦੇ ਆ, ਪਰ ਅਦਰ ਦੈਨ ਦੈਟ ਸਾਰਾ ਕੁਛ ਰੈਗੂਲਰਲੀ ਚੱਲ ਰਿਹਾ ਹੈ। ਜੀ ਜੀ ਜੀ। ਸੋ ਸਪਲਾਈ ਚੇਨ ਦੀਆਂ ਇੱਦਾਂ ਇਸ ਵਾਰ ਕੋਈ ਪ੍ਰੋਬਲਮ ਦਿੱਕਤ ਨਹੀਂ, ਜਿੱਦਾਂ ਆਪਾਂ ਕੋਵਿਡ ਦੇ ਦੌਰਾਨ ਦੇਖ ਰਹੇ ਸੀਗੇ ਵੀ ਸਪਲਾਈ ਚੇਨ ਦੀ ਬੜੀ ਪ੍ਰੋਬਲਮ ਆ, ਇਸ ਵਾਰ ਕੁਛ ਇੱਦਾਂ ਦੀ ਨਹੀਂ ਰੌਲਾ? ਨਹੀਂ, ਇੱਦਾਂ ਦਾ ਤਾਂ ਕੁਛ ਨਹੀਂ ਲੱਗ ਰਿਹਾ ਹੈਗਾ, ਕਿਉਂਕਿ ਇਸ ਵੇਲੇ ਜਿਹੜੀ ਸਪਲਾਈ ਚੇਨ ਦਾ ਇਸ਼ੂ ਹੈਗਾ ਉਹ ਤਾਂ ਮਤਲਬ ਕਿ ਕੋਵਿਡ ਦੇ ਵਿੱਚ ਜਿਹੜਾ ਸੀਗਾ ਕਿ ਸ਼ਾਰਟੇਜ ਸੀਗੀ, ਸਮਾਨ ਦੀ ਵੀ ਸ਼ਾਰਟੇਜ ਸੀ, ਟਰੱਕਾਂ ਦੀ ਵੀ ਸ਼ਾਰਟੇਜ ਸੀ। ਸੋ ਪਰ ਉਹ ਚੀਜ਼ਾਂ ਇਸ ਵੇਲੇ ਨਹੀਂ ਹੈਗੀਆਂ। ਸੋ ਇਸ ਵੇਲੇ ਸਪਲਾਈ ਇਨਫ ਹੈਗੀ ਆ, ਟਰੱਕਾਂ ਦੀ ਵੀ ਤੇ ਪਲੱਸ ਸਮਾਨ ਦੀ। ਜੀ, ਇੱਕ ਹੋਰ ਖਬਰ ਰਮਨ ਜੀ ਜਿਹੜੀ ਆ ਰਹੀ ਆ ਹਰਜੋਤ ਜੀ, ਫਰੀਓਨ ਦਾ ਆਪਾਂ ਦੇਖਿਆ ਸੀ ਅਚਨਚੇਤ ਤੇ ਕਾਮੇ ਜਿਹੜੇ ਆ ਉਹ ਕਹਿ ਲਓ ਵੀ ਕੰਮ ਤੋਂ ਬਾਹਰ ਹੋ ਗਏ। ਇੱਕ ਹੋਰ ਯੂਨਾਈਟਿਡ ਫਰਨੀਚਰ ਇੰਡਸਟਰੀ, ਉਹਦੇ ਸਾਬਕਾ ਇੰਪਲੋਈਜ਼ ਨੂੰ ਵੀ ਕਹਿੰਦੇ ਈਮੇਲ ਦੇ ਜ਼ਰੀਏ ਮਾਸ ਲੇ ਆਫ ਜਿਹੜੀ ਆ, ਮਾਸ ਫਾਇਰਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਆ। ਤੇ ਹੁਣ ਉਸ ਤੋਂ ਦੁਖੀ ਆਏ ਕਾਮਿਆਂ ਨੇ ਉਹਨਾਂ ਦੇ ਖਿਲਾਫ ਲਾ ਸੂਟ ਵੀ ਜਿਹੜਾ ਉਹ ਦਰਜ ਜਿਹੜਾ ਇਸ ਟਾਈਮ ਕਰਾ ਦਿੱਤਾ ਹੈ। ਯੂਨਾਈਟਿਡ ਫਰਨੀਚਰ ਇੰਡਸਟਰੀਜ਼ ਦੇ ਨਾਲ ਜਿਹੜਾ ਆ ਕਹਿੰਦੇ ਆ ਵੀ ਇਹ ਚੀਜ਼ ਉੱਥੇ ਦੇ ਇੰਪਲੋਈਜ਼ ਦੇ ਨਾਲ ਜਿਹੜੀ ਉਹ ਹੋਈ ਆ, ਤੇ ਮੋਸਟਲੀ ਉੱਥੋਂ ਦੇ ਇੰਪਲੋਈਜ਼ ਤੇ ਟਰੱਕ ਡਰਾਈਵਰਸ ਨੂੰ ਇੱਦਾਂ ਈਮੇਲ ਕਰਕੇ ਜਿਹੜਾ ਉਹ ਮਾਸ ਫਾਇਰਿੰਗ ਜਿਹੜੀ ਉਹ ਕਰ ਦਿੱਤੀ ਗਈ ਸੀ। ਇਹ ਥੈਂਕਸਗਿਵਿੰਗ ਤੋਂ 2 ਦਿਨ ਪਹਿਲਾਂ ਉਹਨਾਂ ਦੇ ਨਾਲ ਜਿਹੜਾ ਇਹ ਵਾਪਰਿਆ। ਲੇਨ ਬ੍ਰਾਂਡ ਕਰਕੇ ਇੱਕ ਜਿਹੜਾ ਫਰਨੀਚਰ ਵਾਲੇ ਆ ਉਹ ਉਹਨਾਂ ਦੇ ਨਾਲ, ਉਹਨਾਂ ਦੇ ਕਾਮਿਆਂ ਦੇ ਨਾਲ ਇਹ ਕੁਛ ਹੋਇਆ। ਇਹ ਅਬਾਊਟ 250 ਇੰਪਲੋਈਜ਼ ਹੈਗੇ ਆ ਜਿਨ੍ਹਾਂ ਦੇ ਨਾਲ ਇਹ ਕੀਤਾ ਗਿਆ ਹੈ। ਟੁਪਲੋ ਮਿਸਿਸਿਪੀ ਦੇ ਹੈਡਕੁਆਟਰਡ ਕੰਪਨੀ ਹੈਗੀ ਆ ਜਿਹੜੀ ਯੂਨਾਈਟਿਡ ਫਰਨੀਚਰ ਇੰਡਸਟਰੀਜ਼ ਹੈਗੀ ਆ। ਸੋ ਇਹਨਾਂ ਨੇ ਜਿਹੜਾ ਲਾਸੂਟ ਆ ਉਹਦੇ ਵਿੱਚ ਇਹ ਗੱਲ ਉੱਤੇ ਕਹੀ ਆ ਕਿ ਕੰਪਨੀ ਨੇ ਫੈਡਰਲ ਲਾ ਵਾਇਲੇਟ ਕੀਤਾ ਹੈਗਾ, ਜਿਹਦੇ 'ਚ ਕਿ 60 ਡੇਜ਼ ਦਾ ਨੋਟਿਸ ਦੇਣਾ ਹੁੰਦਾ ਆ। ਜੇ ਤੁਸੀਂ ਕੰਪਨੀ ਸ਼ਟ ਡਾਊਨ ਕਰਨੀ ਆ, ਕੁਛ ਵੀ ਇੱਦਾਂ ਦਾ ਕੰਮ ਕਰ ਰਿਹਾ, 60 ਡੇਜ਼ ਦਾ ਨੋਟਿਸ ਚਾਹੀਦਾ। ਪਰ ਉਹਨਾਂ ਨੇ ਸਿਰਫ 2 ਦਿਨ ਦਾ ਹੀ ਮਤਲਬ ਕਿ ਨੋਟਿਸ ਸੀਗਾ, ਤੇ ਉਹਨਾਂ ਨੇ ਇੱਕਦਮ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਸਾਰਾ ਕੁਛ ਥੈਂਕਸਗਿਵਿੰਗ ਤੋਂ ਪਹਿਲਾਂ ਸਾਰਾ ਕੁਛ ਕੀਤਾ ਹੈਗਾ। ਸੋ ਕਾਫੀ ਜਿਹੜੀ ਆ ਉਹ ਮਤਲਬ ਕਿ ਸਿਚੁਏਸ਼ਨ ਜਿਹੜੀ ਆ ਲੋਕਾਂ ਦੇ ਵਾਸਤੇ, ਕਿਉਂਕਿ ਇੱਕਦਮ ਹੁੰਦਾ ਨਾ ਕਿ ਹਰ ਇੱਕ ਚੀਜ਼ ਜਿਹੜੀ ਆ ਉਹ ਡਿਸਕੰਟੀਨਿਊ ਹੋ ਜਾਣੀ। ਲੋਕਾਂ ਦੀ ਇੰਸ਼ੋਰੈਂਸ ਜਿਹੜੀ ਕੈਰੀ ਆਨ ਹੁੰਦੀ ਆ ਕੋਬਰਾ ਪਲਾਨ ਦੇ ਅੰਡਰ, ਉਹ ਉਹਨਾਂ ਦੀਆਂ ਹੋਰ ਕਈ ਚੀਜ਼ਾਂ ਜਿਹੜੀਆਂ ਇੱਦਾਂ ਦਿੱਕਤ ਆ ਜਾਂਦੀ ਇੱਕਦਮ ਜਦੋਂ ਤੁਸੀਂ ਇੱਦਾਂ ਦਾ ਕੰਮ ਕਰਦੇ ਹੈਗੇ, ਸਟੈਪ ਚੱਕਦੇ ਹੈਗੇ ਆ। ਸੋ ਇਹ ਜਿਹੜਾ ਵਰਤੀਰਾ ਹੈਗਾ ਆ, ਇਹ ਯੂਜ਼ਲੀ ਇਹੋ ਹੀ ਹੁੰਦਾ ਕਿ ਕਾਫੀ ਦੇਰ ਤੋਂ ਜਿਹੜਾ ਆ ਸੰਕਟ ਜਿਹੜਾ ਆ ਉਹ ਬਣ ਰਿਹਾ ਹੁੰਦਾ ਕੰਪਨੀ ਤੇ ਕੰਪਨੀਆਂ ਕਰਦੀਆਂ। ਔਰ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਇੱਦਾਂ ਦੀ ਸਿਚੁਏਸ਼ਨ ਹੈਗੀ ਆ, ਕੰਪਨੀਆਂ ਨੂੰ ਇੱਦਾਂ ਦੀ ਸਿਚੁਏਸ਼ਨ 'ਚ ਨਹੀਂ ਆਉਣਾ ਚਾਹੀਦਾ। ਪਰ ਡੈਫੀਨੇਟਲੀ ਇਹ ਕਾਫੀ ਦੇਖਣ ਨੂੰ ਮਿਲਣਗੀਆਂ।